ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਉ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹਿ ਉਚਾਰੀ। ਦੁਇ ਕਰ ਜੋਰ ਕਰਉ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੁਕੁਚ ਰਹਿ ਸ਼ਾਸਤਰ ਘਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋੜ ਪ੍ਰਣਾਮ। ਜਿਸ ਕਰਨਾ ਤੇ ਵਡ ਅਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨੋ ਸੁਨ ਕਹੈ ਸਭ ਕੋਈ, ਅਨਹਦ ਸੁਨ ਕਹਾ ਤੇ ਹੋਈ। ਸੁਨੋ ਸੁਨ ਕਹੈ ਸਭ ਕੋਈ, ਅਨਹਦ ਸੁਨ ਕਹਾ ਤੇ ਹੋਈ। ਅਨਹਦ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਓਏ ਜਨਮ ਨਾ ਮਰਹਿ, ਨਾ ਆਵਹਿ ਜਾਹੇ। ਨਾਨਕ ਗੁਰਮੁਖ ਮਨ ਸਮਝਾਹੇ। ਓਏ ਜਨਮ ਨਾ ਮਰਹਿ, ਨਾ ਆਵਹਿ ਜਾਹੇ। ਨਾਨਕ ਗੁਰਮੁਖ ਮਨ ਸਮਝਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡ ਭਾਗੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛੋਹ ਨਾਲ ਪਵਿੱਤਰ ਹੋਏ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਅੰਮ੍ਰਿਤ ਵੇਲੇ ਦੀ ਮਰਜ਼ਾਦਾ ਦੇ ਅਨੁਸਾਰ ਮਹਾਰਾਜ ਦੇ ਪ੍ਰਕਾਸ਼ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾਈ ਵਾਰ ਦਾ ਸੰਪੂਰਨ ਕੀਰਤਨ ਹਰਜਸ ਔਰ ਲੜੀਵਾਰ ਗੁਰਬਾਣੀ ਦੀ ਵਿਚਾਰ ਜੋ ਸਿੱਧ ਗੋਸ਼ਟ ਨਾਮ ਦੀ ਬਾਣੀ ਹੈ, ਆਪ ਜੀ ਬੜੇ ਪਿਆਰ ਨਾਲ 642-43 ਅੰਗ 'ਤੇ ਕਥਾ ਆਰੰਭ ਹੈ।
ਆਪ ਸਰਵਣ ਕਰਦੇ ਆ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੰਸਾਰ ਦਾ ਕਲਿਆਣ ਕਰਨ ਵਾਸਤੇ ਬਹੁਤ ਜਗ੍ਹਾ 'ਤੇ ਆਪ ਜੀ ਵਿਚਰੇ ਔਰ ਅਨੇਕ ਪ੍ਰਕਾਰ ਦੇ ਉਹਨਾਂ ਨੂੰ ਜਿਗਿਆਸੂ ਮਿਲਦੇ ਰਹੇ ਔਰ ਜਿਸ ਤਰ੍ਹਾਂ ਦਾ ਕੋਈ ਪ੍ਰੇਮੀ ਮਿਲਿਆ ਜਿਵੇਂ ਉਹਦੀ ਕਲਿਆਣ ਹੋ ਸਕਦੀ ਸੀ, ਉਹਨੂੰ ਉਸੇ ਪ੍ਰਕਾਰ ਦਾ ਉਪਦੇਸ਼ ਬਖਸ਼ਿਸ਼ ਕੀਤਾ ਔਰ ਕਈ ਪ੍ਰੇਮੀਆਂ 'ਤੇ ਕਿਰਪਾ ਕਰਦਿਆਂ ਹੋਇਆਂ ਬਾਣੀ ਦਾ ਬੋਧ ਦਿੱਤਾ, ਬਖਸ਼ਿਸ਼ ਵੀ ਕੀਤੀ ਰੂਹਾਨੀਆਂ ਦੀ। ਉਸ ਇਲਾਕਿਆਂ 'ਚ ਗੁਰਸਿੱਖੀ ਪ੍ਰਚਾਰ ਦੀਆਂ ਉਹਨਾਂ ਨੂੰ ਮੰਜੀਆਂ ਦਿੱਤੀਆਂ ਕਿ ਬਾਅਦ ਵਿੱਚ ਵੀ ਇਹ ਜਿਹੜਾ ਨਾਮ ਬਾਣੀ ਦਾ ਪ੍ਰਵਾਹ ਹੈ ਚੱਲਦਾ ਰਹੇ, ਇਸ ਨੂੰ ਮਾਂ ਵਗਦਾ ਰਹੇ। ਸੋ ਇਸੇ ਤਰ੍ਹਾਂ ਕਈ ਜਗ੍ਹਾ ਬੁਰੇ ਤੇ ਬੁਰੇ ਪੁਰਸ਼ ਵੀ ਮਿਲੇ, ਭਲਿਓਂ ਭਲੇ ਵੀ, ਵਿਦਵਾਨ ਪੁਰਖ ਵੀ ਅਨੇਕ ਮਤ ਮਤਾਂਤਰਾਂ ਦੇ ਮਿਲੇ ਔਰ ਐਸੇ ਹੀ ਸਿੱਧ ਲੋਕ ਜਿਹੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ, ਯੋਗਾ ਅਭਿਆਸੀ ਸੀ, ਹਠ ਯੋਗ ਦੀ ਪ੍ਰਕਿਰਿਆ ਕਰਨ ਵਾਲੇ ਸੀ ਔਰ ਆਪਣੇ ਮਨ ਨੂੰ, ਇੰਦਰੀਆਂ ਨੂੰ ਵਿਕਾਰਾਂ ਵਿਕਲਪਾਂ ਵੱਲੋਂ ਕਾਬੂ ਕਰਨ ਵਿੱਚ ਲੱਗੇ ਹੋਏ ਸੀ। ਐਸੇ ਪੁਰਸ਼ ਵੀ ਮਿਲੇ। ਕੁਝ ਆਤਮਾ ਗਿਆਨੀ ਪੁਰਸ਼ਾਂ ਨਾਲ ਵੀ ਵਿਚਾਰਾਂ ਹੋਈਆਂ। ਭੇਦ ਰੂਪ ਜਿਹੜੇ ਸੀ ਜਾਂ ਜਿਨ੍ਹਾਂ ਨੇ ਆਪਣੇ ਸੰਸਿਆਂ ਦੀ ਨਿਵਰਤੀ ਕਰਕੇ ਗੁਰੂ ਮਹਾਰਾਜ ਤੋਂ ਭੇਦ ਚਿੰਤਨ ਦੀ ਮਰਜ਼ਾਦਾ ਸਿੱਖੀ ਔਰ ਉਸ ਪਰਮਾਤਮਾ ਵਿੱਚ ਭੇਦ ਹੋਣ ਦੀ ਜਿਹੜੀ ਯੁਕਤੀ ਸੀ, ਮੁਕਤੀ ਉਹ ਪ੍ਰਾਪਤ ਕੀਤੀ। ਕੁਝ ਐਸੇ ਪੁਰਸ਼ਾਂ ਜਿਨ੍ਹਾਂ ਦੇ ਅੰਦਰ ਜਪ ਤਪ ਕਰਨ ਦੇ ਨਾਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਆ ਗਈਆਂ ਤੇ ਜਦੋਂ ਫਿਰ ਉਹ ਲੋਕਾਂ ਨੂੰ ਕਰਾਮਾਤ ਦਿਖਾਉਂਦੇ ਸੀ ਤੇ ਲੋਕਾਈ ਬੜੀ ਅਸਚਰਜ ਹੋ ਕੇ ਉਹਨਾਂ ਦੀ ਮਨੌਤ ਕਰਦੇ ਸੀ, ਮਾਇਆ ਪਦਾਰਥ ਦਿੰਦੇ ਸਨ। ਜਦੋਂ ਸ਼ੁਰੂਆਤ ਸੀ ਉਹ ਤਾਂ ਪਰਮਾਤਮਾ ਦੇ ਮਿਲਣ ਦੀ ਸੀ, ਪਰ ਜਦੋਂ ਕੁਝ ਐਸੀਆਂ ਸ਼ਕਤੀਆਂ ਆ ਗਈਆਂ, ਸ਼ਕਤੀਆਂ ਦੇ ਪ੍ਰਭਾਵ ਨਾਲ ਮਾਇਆ ਪਦਾਰਥ ਸੰਗਤ ਬਹੁਤ ਹੋਣ ਲੱਗ ਪਈ। ਜਿਹੜਾ ਅਗਲਾ ਰਸਤਾ ਸੀ ਉਹ ਬੰਦ ਹੋ ਗਿਆ। ਰਿੱਧੀਆਂ ਸਿੱਧੀਆਂ ਰੁਕਾਵਟ ਬਣ ਗਈਆਂ ਕਿਉਂਕਿ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਰਿੱਧ ਸਿੱਧ ਅਵਰਾ ਸਾਧ, ਦੂਜੇ ਨੂੰ ਸਵਾਦ ਹੈ ਦੇਖ ਕੇ ਬੜੇ ਹੈਰਾਨ ਹੁੰਦੇ ਵੀ ਕੈਸੀ ਕਲਾ, ਕੈਸੀ ਸ਼ਕਤੀ ਹੈ ਇਹਦੇ ਅੰਦਰ। ਲੋਕਾਂ ਦੇ ਕਹਿਣਾ ਹੋਮੇ ਵਾਲਾ ਭਾਵ ਪੈਦਾ ਹੋ ਗਿਆ। ਉਹ ਫਿਰ ਜਿਹੜੀਆਂ ਰਿੱਧੀਆਂ ਸਿੱਧੀਆਂ ਨਿਧੀਆਂ ਸੀਆਂ ਪਰਮਾਰਥੀ ਰਸਤੇ ਦੇ ਵਿੱਚ ਰੁਕਾਵਟ ਬਣ ਗਈਆਂ। ਦੁਨਿਆਵੀ ਤੌਰ 'ਤੇ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਬਹੁਤ ਹੋਣ ਲੱਗ ਗਈ ਔਰ ਬੜੇ ਬੜੇ ਰਾਜੇ ਜਿਹੜੇ ਸੀ ਉਹ ਵੀ, ਹੋਰ ਅਮੀਰ ਲੋਕ
पढ़े लिखे भी उन्होंने प्रभाव थले बहुत आए, लेकिन उन्होंने जड़ा अपना रस्ता सी उस तो विपरीत जान के कारण जिस मंजिल से जाके सफर मुकना सी वो रास्ता त्याग दिता। सो गुरु साहब का मिलाप ऐसे सिद्धांत भी होया। उन्होंने भी सियाणे पुरुष भी सीगे जिहड़े समझते सन, और कुछ फिर वो शक्ति के प्रभाव विच आ गए। गुरु महाराज सुमेर पर्वत से सिद्धां को गए, आगे पिछे भी कई जगह उन्होंने मिलाप हुंदा रहा, क्योंकि वो भी विचरते रहते सी। बचल बटाले का प्रसंग भी आता है, होर भी कई जगह प्रसंग है जिथे जिथे उन्हों का मिलाप गुरु साहब नाल होया। क्योंकि अक्सर वो साधु संत सी विचरते रहते सी, ते विचरन वाले जिहड़े पुरुष है उन्होंने हर तरह के बंदे मिलते मिलाते रहते हैं। सत्कार वाले भी मिलते हैं, नरादर वाले भी मिल जाते हैं, सारी तरह के ही है लोग। गुरु महाराज का इन्होंने कुदरती मेल मिलाप हो गया। उन्होंने अपना प्रभाव देने वास्ते कोई शक्तियां वगैरह विधियां सीधियां दिखाइया। महाराज ने भी लोटा लैके पानी लैन भेजा सी। शक्ति ना उन्होंने उत्थे हीरे जवाहरातां की रचना करती। फिर महाराज आ गए, कहते जल नहीं लियाए, कहते पानी ठौर नहीं ते स्थल उत्थे पानी है। कहते की सी, कहते तुहानूं पता ही है जिहड़ा तुसीं अपनियां शक्तियां द्वारा पैदा किया उन्होंने असीं भी वो कि हीरे जवाहरात देख के भरम जाणगे, फिर वो साड़ी ईन मान लैणगे। महाराज लोटा जिहा खाली लैके आ गए। इस तरह फिर उन्होंने कुछ करामातां नूं वरतन की भी कोशिश की, डरावनियां शक्लां धार के भी मूँह चों अग दीयां लाटां कढ़ कढ़ दिखाइयां, होर भी बड़ा कुछ करने की कोशिश की। ते सतगुरु ते आप समर्थ पुरुष है। अखीर जदों फिर सारा कुछ कर करा हटे, फिर ज्ञान गोष्ठी वाला आ गए। इस ढंग ने इन्हों जेर काबू में कर लिया जाए। और उन्होंने बड़े बड़े अक्सर विद्वान सगे, रिधियां सिद्धियां वाले सी, योगी लोग सगे, सिद्ध लोग, नाथ लोग सगे। उन्होंने बड़े महंगे महंगे प्रश्न जड़े सी ना वो महाराज नूं कीते। ते महाराज ने फिर उन्होंने प्रश्नों के उत्तर दिते हैं। वो बाणी का नाम है सिद्ध गोष्ठ। सिद्धा ना हुई गोष्ठी ज्ञान चर्चा। जन्म साखी च भी आउंदी है कि गुरु ग्रंथ साहिब च भी पंजवें पातशाह ने रखी है। सो इस वास्ते ये जी सिद्ध गोष्ठ नाम की बाणी, सौखा अर्थ है सिद्धा ना हुई ज्ञान चर्चा गोष्ठी। आह मतलब है कि हुण ये नाम उत्ते हैडिंग देंदे, फिर बहुत पड़चोल करके ही पता लगता, क्योंकि विच सिद्धां बारे नाम भी आ जाते कई जगह।
पर वो जिहड़ा उत्ते सिरलेख दे दिता, एक तां समझना सौखा है, पता लग गया कि वो सिद्धां नाल चर्चा हुई है। सो इस वास्ते आओ रोज़ लड़ीवार विचार चल रही है, जो अज दे प्रश्न उत्तर हैं उन्होंने सरवण करने वास्ते मन विरती की एकाग्रता लई, रसना की पवित्रता लई गज बज के बोलो सतनाम। सतनाम श्री वाहिगुरु साहिब जी। सुनो सुन कहे सब कोई, सुन। एक तो बहुती ठंड ना भी शरीर सुन हो जाता ना, जड़ हो जाता। ते पत्थर भी जड़े ही है, जहाँ जिथे कोई बहुता सदमा हो जाए उत्थे भी लोग चुपचाप जाके भी बह जाते हैं। दिमाग च सट लग जाए उदों भी वो सुन जी अवस्था हो जाती है। प्रश्न का उत्तर ना आवे, ये भी बंदा सुन जिहा होके बह जाऊगा। घर च माया पदार्थ ना होवे फिर भी, घर च गृहस्थियां दे न्याणे न्यूणे ना होण, रौनक मेला कहंदे घर सुना जिहा ही है। इत्थे दिल नहीं लगता, चित नहीं लगता। और इस तरह डॉक्टर लोग भी जो ऑपरेशन जिहा करते हैं, मरीज नूं दुख ना लगे, कट वढ़ करनी है, वो टीका जिहा ला के सुन कर लेंदे हैं। इस तरह के जैनी बोधियां ने भी सुन वाली अवस्था अपने ग्रंथों च दसी है। बाकी जिन्नियां सुन अवस्था वो अज्ञान दे विच है, ज्ञान विच नहीं। जिहड़ी सुन अवस्था का महाराज जिक्र कर रहे हैं, वो सुन अवस्था अज्ञान दी नहीं, ज्ञान दी है। क्योंकि उत्थे जाके मन अफुर हो जाता है। जदों फुरने तो रहत अवस्था हो जाती है तो फिर सुन मंडलिक जोगी वैसे, नार न पुर कहो हो कैसे। और इस तरह चौथा सुनना जे को जाना ताको पापनम पुन्नम। फिर भवन सुन सुन की गल भी की है। सुनने कला राहे का जदों सारी इस सृष्टि की परलो हो जाती है, फिर वो अपनी कला सुन अवस्था ही अपुर अवस्था ही रहिंदा। इस वास्ते जोगियां वालों, सिद्धां वालों, नाथां वालों ये प्रश्न है कि सुन की गल सारे करते हैं। सुन अवस्था है कि महाराज कहते हैं सुनना सुन कह सब कोई, कहते तो सारे ही है पर उन्होंने को सुन अवस्था है नहीं। बंदे जागदे नूं भी फुरने या फुरी जाते हैं, सुपने विच भी होई जाते हैं, सुषुप्ति विच भावें शरीर जड़ हो जाता है
ਮਨ ਇੰਦਰੀਆਂ 'ਤੇ ਵੀ ਅਗਿਆਨਤਾ ਦਾ ਪ੍ਰਮਾਦ ਦਾ ਪ੍ਰਭਾਵ ਹੈ, ਪਰ ਉਸ ਵੇਲੇ ਵੀ ਇੰਨਾ ਭਾਸ ਤੇ ਹੈ ਨਾ ਕਿ ਅੱਜ ਮੈਨੂੰ ਬੜੀ ਗਾੜੀ ਨੀਂਦ ਆਈ, ਸੁੱਖ ਨਾਲ ਸੁੱਤੇ ਰਹੇ, ਪਤਾ ਨਹੀਂ ਰਿਹਾ। ਸੋ ਇਸ ਵਾਸਤੇ ਇਹ ਜਿਹੜੀ ਸੁੰਨ ਅਵਸਥਾ ਹੈ, ਇੱਕ ਤਾਂ ਜਾਗਰਤ ਹੈ, ਇੱਕ ਸੁਪਨ, ਇੱਕ ਸੁਸ਼ੁਪਤੀ ਹੈ। ਇਹ ਤਿੰਨ ਅਵਸਥਾ ਅਗਿਆਨ ਦੀਆਂ, ਇਹਦੇ ਸਾਰਾ ਸੰਸਾਰ ਹੀ ਵਰਤ ਰਿਹਾ ਹੈ। ਜਾਗਰਤ, ਸੁਪਨ, ਸੁਖੋਪਤ, ਤੁਰਿਆ। ਚੌਥੀ ਭੂਮਿਕਾ ਸੁੰਨ ਅਵਸਥਾ, ਗਿਆਨ ਅਵਸਥਾ। ਇਹ ਜਿਹੜੀ ਅਵਸਥਾ ਹੈ, ਇਹ ਆਤਮਾ ਰੂਪੀ ਭੂਮਾ, ਉਹਦੇ ਰਹਿਣ ਦੀ ਜਗ੍ਹਾ ਹੈ। ਕਿਉਂਕਿ ਜਿਹੜੀ ਆਤਮਾ ਚੇਤਨ ਸ਼ਕਤੀ ਹੈ, ਉਹਦੇ ਵੀ ਤਾਂ ਕੋਈ ਫੁਰਨਾ ਨਹੀਂ ਨਾ। ਫੁਰਨਾ ਜਿਹੜਾ ਸੰਕਲਪ ਵਿਕਲਪ ਆ, ਉਹ ਮੰਨਦਾ ਹੈ। ਬੁੱਧੀ ਜਿਹੜੀ ਹੈ, ਉਹ ਨਿਰਣਾ ਕਰਨ ਵਾਲੀ ਹੈ, ਚੰਗਾ ਕਰੇ ਮਾੜਾ ਕਰੇ। ਚਿੰਤਾ ਚਿਤਵਨੀ ਦਾ ਵਿਸ਼ਾ ਹੈ, ਔਰ ਅੰਦਰ ਹੰਕਾਰ ਵਾਲਾ ਭਾਵ ਜੁਦੇ ਜੁਦੇ ਹਨ। ਪਰ ਇਹ ਸੁੰਨ ਅਵਸਥਾ ਜਿਹੜੀ ਗਿਆਨਵਾਨਾਂ ਨੂੰ ਮਿਲੀ ਹੈ, ਇਹ ਹਰੇਕ ਨੂੰ ਨਹੀਂ ਮਿਲੀ। ਔਖੋਰ ਅਵਸਥਾ, ਇਹਨੂੰ ਪ੍ਰਾਪਤ ਕਰਨ ਲਈ ਤਾਂ ਬਹੁਤ ਕਮਾਈ ਕਰਨੀ ਪੈਂਦੀ ਹੈ। ਜਦੋਂ ਬੈਠ ਜਾਓ, ਫੁਰਨਿਆਂ ਤੇ ਫੁਰਨੇ ਤੁਰੇ ਜਾਂਦੇ ਹੈ, ਮਨੋਰਾਜ ਕਰੀ ਜਾਂਦਾ ਹੈ, ਕਦੀ ਕੋਈ ਕਲਪਨਾ, ਕਦੀ ਕੋਈ ਕਲਪਨਾ। ਔਰ ਇਹਦੇ ਵਿੱਚ ਜੰਮਣਾ ਮਰਨਾ, ਹਰਖ ਸ਼ੋਕ ਭੁੱਖ ਪਿਆਸ, ਇਹ 6 ਵਿਕਾਰ ਵੀ ਹੈਗੇ। ਅਗਿਆਨ ਦੀਆਂ 7 ਅਵਸਥਾ ਵੀ ਹੈ, ਗਿਆਨ ਦੀਆਂ ਵੀ ਹੈਗੀਆਂ। ਪਰ ਜਿਹੜੀ ਸੁੰਨ ਅਵਸਥਾ ਹੈ, ਉੱਥੇ ਨਾ ਕੋਈ ਪਾਪ ਆ, ਨਾ ਕੋਈ ਪੁੰਨ ਆ, ਨਾ ਕੋਈ ਇਸਤਰੀ, ਨਾ ਕੋਈ ਪੁਰਸ਼ ਵਾਲਾ ਭਾਵ ਹੈ। ਇਸ ਤਰ੍ਹਾਂ ਜੇਠੀ ਜਾਗ ਵੱਲ ਹੋਏ ਹੈ, ਮਾਤਾ ਗਾਰਗੀ ਹੋਈ ਹੈ, ਬੜੀ ਗਿਆਨਵਾਨ ਸੀ। ਉਸਨੇ ਕਿਹਾ ਕਿ ਮੈਨੂੰ ਇਸਤਰੀ ਜਾਂ ਪੁਰਖ ਸਿੱਧ ਕਰੋ। ਆਮ ਬੰਦਾ ਤਾਂ ਉਹਦੇ ਅੰਗਾਂ ਪਤੰਗਾਂ ਤੋਂ ਕਰੇਗਾ ਨਾ, ਪਰ ਉਹ ਆਤਮਾ ਅਰੂੜ ਅਵਸਥਾ ਦੀ ਮਾਲਕ ਸੀ। ਉਹ ਬੜੀ ਲੰਬੀ ਕਥਾ ਹੈ, ਜਿਹਦੇ 'ਚ ਉਹਦੇ ਪ੍ਰਸ਼ਨਾਂ ਦਾ ਉੱਤਰ ਨਹੀਂ ਸੀ ਵੱਡੇ ਵੱਡੇ ਦੇ ਸਕੇ ਕਿ ਮੈਂ ਨਾ ਇਸਤਰੀ ਨਾ ਪੁਰਸ਼, ਮੈਂ ਆਤਮਾ ਸਰੂਪ ਹਾਂ। ਇੱਕ ਗੱਲ ਕਹਿ ਲੈਣੀ, ਇੱਕ ਆਤਮਾ ਨੂੰ ਸਾਖਿਆਤ ਕਰ ਲੈਣਾ। ਗੱਲ ਕਹਿਣੀ ਸੌਖੀ ਹੈ, ਕਿਸੇ ਚੀਜ਼ ਨੂੰ ਪ੍ਰਤੱਖ ਕਰਨਾ ਬੜਾ ਕਠਿਨ ਹੁੰਦਾ ਹੈ। ਸੋ ਇਸ ਵਾਸਤੇ ਵਿਗਿਆਨ ਦੀ ਗੱਲ ਵੀ ਬਹੁਤ ਲੋਕ ਕਰਦੇ ਹੈ। ਜਿਨ੍ਹਾਂ ਵਿਗਿਆਨੀਆਂ ਨੇ ਕੋਈ ਉਪਲਬਧੀਆਂ ਕੀਤੀਆਂ, ਕਈਆਂ ਦੀਆਂ ਜਾਨਾਂ ਚਲੇ ਗਈਆਂ, ਫਿਰ ਬਹੁਤ ਕਸ਼ਟਾਂ ਕੋਈ ਚੀਜ਼ ਉਹਨਾਂ ਨੂੰ ਪ੍ਰਾਪਤ ਹੋਈ। ਜਿਹਨ ਬਿਜਲੀ ਪੈਦਾ ਕੀਤੀ, ਆਪਾਂ ਦਾ ਬਟਨ ਨਾ ਪਿਆ, ਪੱਖਾ ਚਲਾ ਲਿਆ, ਕੂਲਰ ਚਲਾ ਲਿਆ, AC ਚਲਾ ਲਈ, ਪਰ ਜਿਹਨੇ ਇਹ ਚੀਜ਼ ਆਜ਼ਾਦ ਕੀਤੀ, ਉਹਦੇ ਵਾਸਤੇ ਕਿੰਨੀ ਘਾਲਣਾ ਘਾਲਣੀ ਪਈ ਹੋਏਗੀ। ਹੰਕਾਰ ਦੇ ਝੂਟੇ ਹਰੇਕ ਲੈ ਰਿਹਾ ਜਿਹਨੂੰ ਕਮਾਇਆ ਹੈ। ਜਿਹਨੇ ਜੰਤਰ ਪੈਦਾ ਕੀਤਾ,
ਹੁਣ ਕਿੰਨਾ ਜ਼ਿੰਦਗੀ ਦਾ ਹਿੱਸਾ, ਕਿੰਨੀ ਮਿਹਨਤ ਕੀਤੀ ਹੋਏਗੀ। ਜਹਾਜ਼ ਵਿੱਚ ਲੋਕ ਉੱਡਦੇ ਫਿਰਦੇ ਨੇ, ਕਿਰਾਇਆ ਦਿੱਤਾ ਚਲੇ ਗਏ, ਵੀਜ਼ਾ ਲਿਆ ਚਲੇ ਗਏ, ਪਰ ਜਿਹਨੇ ਚੀਜ਼ ਆਜ਼ਾਦ ਕੀਤੀ, ਪੈਦਾ ਕੀਤੀ, ਉਹਨਾਂ ਪੁਰਸ਼ਾਂ ਨੂੰ ਕਿੰਨੀ ਘਾਲ ਘਾਲਣੀ ਪਈ। ਇਹ ਤਾਂ ਦੁਨਿਆਵੀ ਚੀਜ਼ਾਂ। ਇਸ ਤਰ੍ਹਾਂ ਪਰਮਾਰਥੀ ਰਸਤਾ, ਰੱਬ ਦੀ ਗੱਲ ਕਰ ਲੈਣੀ ਸੌਖੀ ਹੈ, ਰੱਬ ਬਾਰੇ ਗੱਲਾਂ ਕਰ ਲੈਣੀਆਂ, ਆਤਮਾ ਪਰਮਾਤਮਾ ਬਾਰੇ, ਪਰ ਪਰਮਾਤਮਾ ਅਤੇ ਆਤਮਾ ਨੂੰ ਸਾਖਿਅਤ ਕਰਨਾ ਹਰੇਕ ਦਾ ਕੰਮ ਨਹੀਂ। ਬਹੁਤ ਘਾਲਣੀ ਪੈਂਦੀ ਹੈ, ਆਪਣੀ ਹੋਂਦ ਮਿਟਾਉਣੀ ਪੈਂਦੀ ਹੈ ਗੁਰੂ ਕੀ ਬਖਸ਼ਿਸ਼ ਲੈਣ ਵਾਸਤੇ। ਕਿ ਆਪਾਂ ਤਾਂ ਇੰਨਾ ਕੀ ਹੈ, ਚਲੋ ਮੱਥਾ ਟੇਕ ਕੇ ਚਲੇ ਗਏ, ਗੱਲ ਨਿਬੜ ਗਈ, ਚਾਹ ਪਕੌੜੇ ਖਾ ਲਿਆ, ਲੰਗਰ ਛਕ ਲਿਆ, ਤੀਰਥ ਯਾਤਰਾ ਜਾਂ ਇਸ਼ਨਾਨ ਪਾਣੀ ਕਰ ਲਿਆ ਤੀਰਥਾਂ 'ਤੇ, ਵੇਲੇ ਕੁਵੇਲੇ ਆ ਕੇ ਕਥਾ ਕੀਰਤਨ ਵੀ ਸੁਣ ਲਿਆ, ਸਵੇਰੇ ਉੱਠੇ ਨਹਾ ਲਿਆ, 5 ਬਾਣੀਆਂ, ਸ਼ਾਮ ਨੂੰ ਰਹਿਰਾ ਕੀਰਤਨ ਸੋਹਲਾ ਜਾਂ ਹੋਰ ਵੱਧ ਘੱਟ ਬਾਣੀ ਪੜ੍ਹ ਲਈ। ਪਰ ਸਵਾਲ ਇਹ ਕੁਛ ਕਰਨ ਤੋਂ ਬਾਅਦ ਕੀ ਆਤਮਾ ਗਿਆਨ ਹੋਇਆ, ਪਰਮਾਤਮਾ ਦੀ ਪ੍ਰਾਪਤੀ ਹੋਈ, ਖੱਟ ਵਿਕਾਰਾਂ ਤੋਂ ਰਹਿਤ ਹੋਏ। ਜਿਹੜੇ ਨਹੀਂ ਕਰਦੇ ਜਾਂ ਕਰਦੇ, ਉਹਨਾਂ ਦੇ ਅੰਦਰ ਕੋਈ ਅੰਤਰ ਫਰਕ ਆਇਆ? ਜੇ ਨਹੀਂ, ਤੁਹਾਡੀ ਕਮਾਈ ਹਾਲੇ ਬਹੁਤ ਨਿਊਨ ਘੱਟ ਹੈ। ਇਸ ਵਾਸਤੇ ਕਿਸੇ ਨੂੰ ਪੂਰਾ ਭੋਜਨ ਨਾ ਮਿਲੇ, ਉਹਦੀ ਸੰਤੁਸ਼ਟੀ ਨਹੀਂ ਹੁੰਦੀ। ਉਹ ਭੁੱਖ ਨਾ ਆਤਰਿਆ, ਉਹਨੂੰ ਨੀਂਦ ਵੀ ਸਹੀ ਨਹੀਂ ਆਉਂਦੀ, ਮਨ ਵਿੱਚ ਵੀ ਕਲੇਸ਼ ਰਹਿੰਦਾ ਹੈ। ਅਤੇ ਜਿਹੜੀ ਅਧਿਆਤਮਕ ਰੂਹਾਨੀਆਂ ਦੀ ਭੁੱਖ ਪੂਰੀ ਨਾ ਹੋਵੇ, ਫਿਰ ਮਨ ਵਿੱਚ ਚੈਨ ਕਿਵੇਂ ਆਏਗੀ, ਮਨ ਵਿੱਚ ਚੈਨ ਰਹੇਗਾ। ਇਸ ਵਾਸਤੇ ਪ੍ਰਸ਼ਨ ਚੱਲ ਰਹੇ ਹੈ, ਪੜ੍ਹ ਹੋਈ ਫਿਰ। ਸੁਨੋ ਸੁਨ ਕਹੈ ਸਭ ਕੋਈ, ਸਭ ਕੋਈ ਅਫੁਰ ਅਫੁਰ ਕਹਿ ਰਿਹਾ। ਜਿਹੜੇ ਕਹਿ ਰਹੇ ਆ ਉਹਨਾਂ ਨੂੰ ਪੁੱਛੋ, ਤੁਸੀਂ ਅਫੁਰ ਹੋ ਗਏ, ਫੁਰਨੇ ਤੋਂ ਰਹਿਤ ਹੋ ਗਏ? ਫੁਰਨਾ ਤਾਂ ਬੜਾ ਔਖਾ ਜਿੱਤਣਾ ਮਨ ਦਾ। ਪਾਰਸਨਾਥ ਦੁਨੀਆ ਦੇ ਰਾਜੇ ਜਿੱਤ ਲਏ, ਵਿਸ਼ੇਸ਼ਟੀ ਮਹਾਰਾਜ ਕੋ ਆ ਗਿਆ। ਗੁਰੂ ਜੀ ਵਧਾਈ ਹੋਵੇ। ਕਹਿਣ ਲੱਗੇ ਕਿਹੜੀ ਚੀਜ਼ ਦੀ ਵਧਾਈ? ਮੁੰਡਾ ਜੰਮ ਪਿਆ, ਮੁੰਡਾ ਪਾਸ ਹੋ ਗਿਆ, ਡਿਗਰੀ ਮਿਲ ਗਈ, ਬਾਹਰ ਦਾ ਵੀਜ਼ਾ ਲੱਗ ਗਿਆ, ਵਧਾਈ ਹੋਵੇ। ਆਮ ਤਾਂ ਵਧਾਈਆਂ ਇਹੀ ਹਨ, ਜਾਂ ਉਮਰਾਸੀ ਵਧਾ ਗਾਈ ਜਾਂਦੇ ਆ, ਫਲਾਣੇ ਦਾ ਫਲਾਨਾ, ਫਲਾਣੇ ਦਾ ਫਲਾਨਾ, ਉਹਨੂੰ ਵਧਾ ਗਾਉਣਾ ਕਹਿ ਦਿੰਦੇ ਆ। ਪੀੜ੍ਹੀ ਦੇ ਪੀੜ੍ਹੀ। ਪਰ ਇਸ ਵਾਸਤੇ ਮਹਾਰਾਜ ਕਹਿੰਦੇ ਔਫਰ ਸਾਰੇ ਵਿਸ਼ੇਸ਼ ਨੂੰ ਮਹਾਰਾਜ ਵਧਾਈ ਹੋਵੇ। ਕਹਿੰਦੀ ਕਿਹੜੀ ਗੱਲ ਦੀ? ਪਤਾ ਵੀ ਲੱਗੇ। ਕਹਿੰਦੇ ਮੈਂ ਦੁਨੀਆ ਦੇ ਰਾਜੇ ਜਿੱਤ ਲਏ। ਮਹਾਰਾਜ ਚੁੱਪ ਰਹੇ, ਗਿਆਨਵਾਨ ਸੀ ਨਾ, ਸ਼੍ਰੀ ਰਾਮ ਚੰਦਰ ਜੀ ਦੇ ਗੁਰੂ ਸੀ। ਕਹਿੰਦੇ ਮਹਾਰਾਜ ਤੁਸੀਂ ਵਧਾਈ ਦਾ ਜਵਾਬ ਨਹੀਂ ਦਿੱਤਾ। ਕਹਿੰਦੇ ਜਵਾਬ ਤਾਂ ਦਿੰਦਾ ਜੇ ਤੂੰ ਵਧਾਈ ਵਾਲਾ ਕੰਮ ਕੋਈ ਕੀਤਾ ਹੁੰਦਾ। ਉਹਨੂੰ ਹਉਮੈ ਸੀ ਮੈਂ ਸਾਰੀ ਦੁਨੀਆ ਦੇ ਰਾਜੇ ਜਿੱਤ ਲਏ, ਤੁਸੀਂ ਕਹਿੰਦੇ ਕੀਤਾ ਹੀ ਕੁਝ ਨਹੀਂ। ਉਹ ਕਹਿੰਦੇ ਦੁਨੀਆ ਦੇ ਰਾਜੇ ਜਿੱਤ ਲਏ, ਤੇਰੇ ਮਨ ਵਿੱਚ ਜਿਹੜਾ ਮਨੋਰਾਜ ਕਰਨ ਵਾਲਾ ਮਨ ਆ ਉਹ ਤਾਂ ਹਾਲੇ ਤੂੰ ਜਿੱਤਿਆ ਨਹੀਂ। ਉਹ ਤੇਰੇ ਵਿੱਚ ਹੀ ਬੈਠਾ, ਉਹ ਨਹੀਂ ਜਿੱਤਿਆ। ਉਸ ਨੇ ਬੜੇ ਯਤਨ ਕੀਤੇ,
फुरना फिर बैठे फिर अखीरी बहुत तंग आ गया, कहते सड़ के मर गया कि मैं जित नहीं सकिया। मन दे मारे मर गए काजी मुला शेख, बड़े बड़े काजी सी, मौलवी सी, शेख सगे, बड़े बड़े ब्राह्मण सगे, होर सगे, बुद्धिजीवी बड़े बड़े स्कालर जड़े है, वो जिन्ना ज़्यादा पढ़ जाता फुरने भी बहुत वध जाते, शंके प्रश्न भी बहुत खड़े हो जाते हैं। फलानी किताब च ये लिखा, उन्हें ये किया, नहीं वो नहीं, इस तरह है, वो तो होर फिर बतंडावाद, बहस मुबासा कई तरह का हो जाता। फुरना जितने वास्ते फुरना नहीं जित सकिया। और फुर सुन सुन सारे मारे, कहते सिद्धो कहते हैं, पर तुसी अपने मन वाल झात मार के देखो, तुहाडा मन अफुर हो गया। वे अतीत गृहस्था फिनोनू के कर्म गण जाए, अतीत बन गए। जठराग्नि की शांति वास्ते पेट नूं झुलका देने लई फिर तुसीं लोकां दे द्वारां ते तुरे फिरदे हो। इस वास्ते अफुरता तो होई ना कि किसी नूं चमत्कार रिद्धि सीधी दिखा के अपनी मान प्रतिष्ठा माया वास्ते इस तरह की क्रिया करनी, इधरों भी अफुरता ना आई। लोगों नूं चमत्कार दिखाउण दा बहुत हो गया। राम राज जी ने भी बड़ियां दिखाइयां, महाराज नूं भी कहते रहे। महाराज सुन मंडल विच सी, कहते करामात दिखाउणी किनूं, दिखाउण वाला देखण वाला कौन है। सारे पासे इको ही चेतन सत्ता आत्मा, जब दूसरा भाव ही नहीं तो देखना दिखाना, तो फिर तो गल ही मुक गई। क्यों दूजा होएगा तो दूजा दूजे नूं कोई चीज़ दिखाएगा ना, जब दूसरा पन्ने खत्म हो गया फिर देखना दिखाना काहदा होया। इस करके महाराज कहते सिद्धो सुन सुन अफुर सारे कह रहे हैं, कहने वाले भी अफुर नहीं होए, उन्होंने भी सुन अवस्था, तुरिया पथ, ब्रह्म ज्ञान की अवस्था प्राप्त नहीं हुई है। अनहद सुन कहा ते होई, अनहद जी की हद सीमा कोई नहीं, बाकी चीज़ों की तो हद हैगी ना। उधर चलो उधर समुंदर आ गया, उधर चलो उधर समुंदर आ गया, फिर आ गया जी धरती मुक गई। हदां बनिया हुई ना, हिंदुस्तान दी है, फिर आ पाकिस्तान बना गया, उन्होंने दो हदां हो गई। ये हदां जुदियां जुदियां, फलाना देश फलाना राज फलाने, जिमींदारां दी भी खेतां दीयां हद बने बने हुए है, घर मकानां दे भी बने हुए है, हदबंदी है, मुरब्बेबंदी है, जमाबंदी है, बहुत कुछ है। सारा कुछ हद विच है। वो परमात्मा अनहद है, जिहदी हद कोई सीमा नहीं। वो दस सकदा कि उसदी हद कोई है, वो असीम सीमा तो रहत। इस वास्ते कहते फिर पढ़ो, अनहद सुन कहा ते होई। वो जड़ा अनहद जिहदी हद नहीं, वो सुन कित्थों पैदा होया, उहदे च अफुरता किवें आई, वो सोना अवस्था का मालिक किवें बन गया।
ऐसा प्रश्न करते हैं। अनहत सुन रते से कैसे। वो जड़ा अनहद परमेश्वर जी की हद सीमा नहीं, जिन्हें उहदे प्यार विच अपने मन नूं उहदी भगती दी रंगण विच रंग लिया, वो किहो जिहा है। उन्हां संतां बारे दस दिओ, वो संत किस तरह दे हन। जिस ते उपजे तिस ही जैसे। महाराज कहंदे सिद्धो, जिस परमात्मा अनहद तों पैदा होए वो फुर स्वरूप सी, ਉਹਦਾ भजन करके ਉਹਦੇ वर्गा ही बन गया। हम तो सिमरन कर रहे हैं, सिमरन करने का मतलब की है, सारे फुरनियां का खत्म हो जाना। जिहड़ा शब्द जपते हैं, जिहदा शब्द है ਉਹਦੇ ਵਿੱਚ ਇਹ ਲੀਨ हो जाना। कबीर तू तू करता तू हुआ मुझ में रहा ना हूँ, जब आपा पर का मिट गया जत देखा तत तू। बस ਉਹਦੇ ਵਿੱਚ ਭੇਦ ਹੋ ਗਿਆ। ਸਲਲ ਸਲਲ ਸਮਾਏ ਦਾ ਪਾਣੀ 'ਚ ਪਾਣੀ ਮਿਲ ਕੇ ਪਾਣੀ ਦਾ ਰੂਪ ਹੋ ਗਿਆ। ਹੁਣ ਜੁਦਾ ਤਾਂ ਕੁਝ ਰਿਹਾ ਹੀ ਨਹੀਂ। ਇਸ ਕਰਕੇ ਕਹਿੰਦੇ ਉਹ ਜਿਹੜੇ ਐਸੇ ਮਹਾਂਪੁਰਖ ਹੈ, ਸੰਤ ਲੋਕ ਆ, ਉਹ ਜਿਹਤੋਂ ਪੈਦਾ ਹੋਏ ਆ ਨਾ, ਉਹਦੇ ਵਰਗੇ ਹੀ ਹੈ। ਜਿਵੇਂ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਸੀ, ਬੜਾ ਪਵਿੱਤਰ ਸੀ, ਸ਼ੁੱਧ ਸੀ। ਤੇ ਕਬੀਰ ਸਾਹਿਬ ਕਹਿੰਦੇ ਨਾ, ਜੈਸੀ ਉਪਜੀ ਪੇਟ ਤੇ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੜਾ ਪੂਜੇ ਨਾ ਰਤਨ ਕਰੋੜ। ਜਿਵੇਂ ਮਾਂ ਦੇ ਪੇਟੋਂ ਪੈਦਾ ਹੋਇਆ, ਜੇ ਉਹੋ ਜਿਹਾ ਸ਼ੁੱਧ ਰਹਿ ਜਾਏ ਤੇ ਹੀਰਾ ਵਿਚਾਰਾ ਕੀ ਹੈ, ਰਤਨ ਕਰੋੜ ਕੀ ਹੈ। ਫਿਰ ਤਾਂ ਜੀਵਨ ਬਹੁਤ, ਪਰ ਇੱਥੇ ਆ ਕੇ ਅਸ਼ੁੱਧੀਆਂ ਆ ਜਾਂਦੀਆਂ ਨਾ, चोरी आ गई, जारी आ गई, बदमाशी आ गई, झूठ आ गया, निंदा आ गया, होर बुराइयां आ गई, शुद्ध नहीं रहा, शुद्ध होंदा तुरया गया। जिवें मां ने जमाया सी, जे उहो जिहा रह जांदा ना, ये तां कहंदे हीरे ते करोड़ा रतन भी इहदे बराबर ही नहीं कर सकदे। इहो जिहा महापुरुष सानूं जिंदगी 'च मिले आ। जिस तरह वो आए उसी तरह ही शुद्ध चलेगा। वो शुद्ध पवित्र जीवन विच चलेगा। अशुद्धि नहीं आई, कोई संगत का उन्होंने ते प्रभाव नहीं पिया। इस प्रभाव तो बचे रहे। कई तो शरीर करके बचे, वो भी चंगे है। कई मन बुद्धि करके भी बच गए, वो तो फिर चंगे चंगे हैं। ये शरीर करके भी कोई बुराई तो बच जाए, चंगा है। जिहदे मन अंदर बुद्धि अंदर कभी बुराई का संकल्प ना होया होवे, बहुत। हुण अज दा संसार इधर कौन तुरदा है, किहनूं इच्छा है? हुण तां बस यही है जी, महंगाई बहुत है, खर्चे बहुत है। खर्चे घटा लो, आपे ही सौखे हो जाओ, क्यों वधाई जाने? फिर दुखी भी हो जाते। इधर किसी का ध्यान नहीं कि 4 दिन की जिंदगी है, कि मनुष्य के भजन बाणी लिए मिली है। इधर का गुरु जी है नहीं, गुरुद्वारियां मंदिर मसीतां 'च जाते हैं, कोई मुक्ति कल्याण वास्ते थोड़ी जाते हैं, कामना दे बधे हुए। वो तो वणज व्यापार करने वास्ते जाते हैं। तुलसीदास जी गए सी ना अगे जगन्नाथ की यात्रा, उत्थे रामचंद्र की बड़ी सोहनी मूर्ति सी, वो ले ली। बरागी मत दे महाराज पिछों आ गए। तुलसीदास जी कहाँ घरों कहन लगे, महाराज वो तीर्थ यात्रा गए,
ਕਹਿੰਦੇ ਯਾਤਰਾ ਨੂੰ ਕਾਹਨੂੰ ਗਏ, ਉਹ ਤਾਂ ਸੌਦਾ ਖਰੀਦਣ ਗਏ। ਜਿਲੇ ਆਏ ਕੋਈ ਆਇਆ ਤਾਂ ਨਹੀਂ ਸੀ, ਕਹਿੰਦੇ ਇਉਂ ਆਏ ਸੀ 2 ਜਣੇ। ਕਹਿੰਦੇ ਅੱਛਾ। ਉਹਨੇ ਕਿਹਾ ਤਾਂ ਮਹਾਰਾਜ ਮੈਨੂੰ ਦਰਸ਼ਨ ਮਨਾ ਹੋਇਆ, ਨਾਰਾਜ਼ ਹੋ ਗਏ। ਹਾਲਾਂ ਮੂਰਤੀ ਵੀ ਉਹਨਾਂ ਦੀ ਖਰੀਦੀ, ਹੁਣ ਮੂਰਤੀ ਮੋੜਨ ਚਲੇ ਗਏ। ਫਿਰ ਆ ਗਏ ਤੁਲਸੀਦਾਸ ਜੀ ਕਹਾਂ, ਉਹ ਮਹਾਰਾਜ ਯਾਤਰਾ ਗਏ। ਕਹਿੰਦੇ ਨਹੀਂ, ਉਹ ਤਾਂ ਸੌਦਾ ਮੋੜਨ ਗਏ। ਫਿਰ ਤੀਜੀ ਵਾਰੀ ਸਾਫ ਮੰਨ ਗਏ। ਤੁਲਸੀਦਾਸ ਕਹਾਂ, ਮਹਾਰਾਜ ਯਾਤਰਾ। ਕਹਿੰਦੇ ਹਾਂ, ਹੁਣ ਯਾਤਰਾ ਨੂੰ ਗਿਆ। ਫਿਰ ਮਹਾਰਾਜ ਨੇ ਰਾਸਤੇ 'ਚ ਆਉਂਦਿਆਂ ਦਰਸ਼ਨ ਵੀ ਦੇ ਦਿੱਤੇ। ਸੌਦਾ ਹੀ ਹੈ ਮੱਸਿਆ ਤੇ ਆਲੋਕ। ਬੀਬੀਆਂ ਰਾਣੀਆਂ, ਅਸੀਂ ਜੀ ਬੇਰ ਸਾਹਿਬ ਤੋਂ ਨਹਿਪਾਲ 'ਚ ਲਿਆਈਆਂ। ਬਾਬੇ ਨਾਨਕ ਨੇ ਤਾਂ ਕੋਈ ਦੁਕਾਨ ਨਹੀਂ ਖੋਲ੍ਹੀ, ਜਾਂ ਬੁੱਲ ਜਾਂ ਰੰਗਣ ਲੈ ਲੈ ਗਈਆਂ, ਜਾਂ ਹੋਰ ਇਹੋ ਜਿਹਾ ਪਾਊਡਰ ਛੋਡਰ ਲੈ ਲੈ, ਹੋਰ ਬਹੁਤ ਫੈਸ਼ਨ ਦਾ ਸਮਾਨ ਆ। ਬਹੁਤੀ ਦੁਨੀਆ 'ਤੇ ਇਸ ਤਰ੍ਹਾਂ ਹੀ ਦੁਕਾਨਦਾਰੀ ਵਾਸਤੇ ਹੀ ਹੈ, ਕੰਮ ਚੱਲੀ ਚਲਾਈ ਜਾ ਰਿਹਾ। ਇੱਧਰ ਦਾ ਤਾਂ ਕੋਈ ਹੈ ਹੀ ਨਹੀਂ। ਜਾਂ ਆਪੋ ਆਪਣੇ ਪੁਰਨਿਆਂ ਦੇ ਘੋੜੇ ਦੜਾਈ ਫਿਰਦੇ ਆ, ਉਹਦੇ ਵਾਸਤੇ ਹੈ। ਜਿਹੋ ਜਿਹਾ ਪੁਰਨਾ ਉਹੋ ਜਿਹੀਆਂ ਮੰਗਾਂ ਹੈਗੀਆਂ। ਪਰ ਇੱਥੇ ਗੱਲ ਅਫੁਰ ਅਵਸਥਾ ਦੀ, ਸੋਨਾ ਅਵਸਥਾ ਦੀ ਚੱਲ ਰਹੀ ਹੈ। ਕਹਿੰਦੇ ਜਿਨ੍ਹਾਂ ਨੂੰ ਉਹ ਅਵਸਥਾ ਮਿਲ ਗਈ ਉਹ ਕਿਹੋ ਜਿਹਾ ਹੈ। ਮਹਾਰਾਜ ਕਹਿੰਦੇ ਜੀ ਤੋਂ ਪੈਦਾ ਹੋਏ ਨਾ, ਉਹ ਉਹਦੇ ਵਰਗੇ ਹੀ ਹੈ। ਕਬੀਰ ਨੂੰ ਪੁੱਛਿਆ ਸੀ ਨਾ, ਉਹ ਪਹਿਲਾਂ ਕਹਿੰਦਾ ਫਿਰ ਤੂੰ ਰੋੜਾ ਬਣ ਜਾ ਰਸਤੇ ਦਾ। ਕਹਿੰਦੇ ਇਹ ਵੀ ਠੀਕ ਨਹੀਂ, ਐਵੇਂ ਠੇਡੇ ਠੁੱਡੇ ਜਿਹਾ ਵੱਜਦੇ ਰਹਿੰਦੇ। ਫਿਰ ਤੂੰ ਖੇਹ ਬਣ ਜਾ, ਜਿਵੇਂ ਪੈਰਾਂ ਥੱਲੇ ਮਿੱਟੀ ਹੁੰਦੀ ਹੈ, ਲਤਾੜੀ ਜਾਂਦੀ। ਕਹਿੰਦੇ ਨਹੀਂ, ਉਹ ਵੀ ਉੱਡ ਅੱਡ ਕੇ ਅੰਗ ਲੱਗਦੀ ਹੈ। ਕਹਿੰਦੇ ਫਿਰ ਪਾਣੀ ਬਣ ਜਾ। ਕਹਿੰਦੇ ਨਹੀਂ ਨਹੀਂ, ਇਹ ਵੀ ਠੀਕ ਨਹੀਂ, ਕਦੀ ਠੰਡਾ ਹੋ ਗਿਆ, ਕਦੀ ਤੱਤਾ ਹੋ ਗਿਆ। ਕਹਿੰਦੇ ਫਿਰ ਹਰੀ ਦਾ ਜਨ ਕਿਹੋ ਜਿਹਾ ਹੋਏ। ਕਹਿੰਦੇ ਹਰ ਹੀ ਜੈਸਾ। ਜਿਹੋ ਜਿਹਾ ਹਰੀ ਆ ਨਾ ਪਰਮਾਤਮਾ, ਉਹ ਉਹਦੇ ਵਰਗਾ ਹੀ ਹੋਵੇ। ਹਰ ਕੇ ਸੇਵਕ ਹਰ ਹੀ ਜੈਸੇ, ਉਹ ਉਹਦੇ ਵਰਗੇ ਹੁੰਦੇ ਆ। ਉਹਨਾਂ ਦਾ ਤੇ ਉਹਨਾਂ ਦਾ ਫਿਰ ਕੋਈ ਫਰਕ ਹੀ ਨਹੀਂ ਰਹਿ ਜਾਂਦਾ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ, ਤੁਹਾਡਾ ਪ੍ਰਸ਼ਨ ਹੈ ਕਿ ਉਹ ਪੁਰਸ਼ ਕੈਸੇ ਹੈ। ਮਹਾਰਾਜ ਕਹਿੰਦੇ ਸਿੱਧੋ, ਉਹ ਪੁਰਸ਼ ਜੀ ਤੋਂ ਪੈਦਾ ਹੋਏ ਹੈ, ਉਹਦੇ ਵਰਗੇ ਹੀ ਹਨ। ਕੋਏ ਜਨਮ ਨਾ ਮਰਹਿ, ਨਾ ਆਵਹਿ ਜਾਹੇ। ਕਿ ਪਾਤਸ਼ਾਹ ਉਹਨਾਂ ਦਾ ਹੋਰ ਲੱਛਣ ਵੀ ਦੱਸ ਦਿਓ। ਕਹਿੰਦੇ ਜਿਹੜੇ ਐਸੇ ਮਹਾਂਪੁਰਖ ਹਨ, ਉਹ ਜੰਮਣ ਮਰਨ ਦੇ ਚੱਕਰ 'ਚ ਨਹੀਂ ਆਉਂਦੇ। ਜੰਮਣ ਮਰਨ 3 ਕੋ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸੋਂ ਲੈਣ ਮਲਾਏ। ਉਹ ਜਨਮ ਮਰਨ ਤੋਂ ਰਹਿਤ ਹਨ। ਨਾ ਆਵਹਿ ਜਾਹੇ। ਨਾ ਆਉਂਦੇ ਆ ਨਾ ਜਾਂਦੇ ਆ। ਫਿਰ ਪ੍ਰਸ਼ਨ ਪਿਆ ਜਿਹੜੇ ਮਹਾਂਪੁਰਖ, ਕਹਿੰਦੇ ਨਹੀਂ, ਉਹ ਕਿਸੇ ਫੁਰਨੇ ਦੇ ਅਧੀਨ ਨਾ ਆਏ, ਨਾ ਰਹੇ, ਨਾ ਗਏ। ਅਕਾਲ ਪੁਰਖ ਵੱਲੋਂ ਉਹਨਾਂ ਦੀ ਸੇਵਾ ਲੱਗੀ ਸੀ ਸੰਸਾਰ ਦੇ ਭਲੇ ਵਾਸਤੇ। ਜੇਲ੍ਹ ਦੇ ਵਿੱਚ ਕੈਦੀ ਵੀ ਹੈਗੇ ਆ, ਦਰੋਗਾ ਵੀ ਹੈ, ਹੋਰ ਵੀ ਹੈ, ਡਾਕਟਰ ਵੀ ਜਾਂਦੇ ਆਉਂਦੇ ਆ, ਘੁੰਮਦੇ ਉਹ ਵੀ ਜੇਲ੍ਹ 'ਚ ਹੈ। ਪਰ ਉਹਨਾਂ ਨੂੰ ਜੇਲ੍ਹ ਦਾ ਬੰਨ੍ਹਣ ਨਹੀਂ ਹੈਗਾ। ਜਿਹੜੇ ਦੋਸ਼ੀ ਆ ਉਹਨਾਂ ਨੂੰ ਬੰਨ੍ਹਣ ਹੈ। ਇਸ ਤਰ੍ਹਾਂ ਮਹਾਂਪੁਰਖ ਸੰਸਾਰ 'ਤੇ ਆਉਂਦੇ ਆ, ਉਹਨਾਂ ਨੂੰ ਬੰਧਨ ਕੋਈ ਨਹੀਂ। ਨਿਰਬੰਧ ਅਵਸਥਾ ਦੇ ਮਾਲਕ ਆ। ਪਰਮਾਤਮਾ ਨੇ ਉਹਨਾਂ ਦੀ ਕੋਈ ਸੇਵਾ ਲਾਈ ਹੋਈ ਹੈ। ਜਿਹੜੀ ਜਿਹੜੀ ਸੇਵਾ ਲੱਗੀ ਹੈ ਉਹ ਨਿਭਾਉਣ ਵਾਸਤੇ ਉਹ ਮਹਾਂਪੁਰਖ ਹੁੰਦੇ। ਇੱਕ ਤਾਂ ਹੁੰਦਾ ਆਪਣੇ ਪੁਰਨੇ ਨਾਲ ਕੋਈ ਕਰਨਾ,
ਇੱਕ ਹੁੰਦਾ ਉਹਦੇ ਹੁਕਮ ਵਿੱਚ ਕਰਨਾ, ਇਹਦਾ ਅਤੇ ਉਹਦਾ ਬੜਾ ਫਰਕ ਹੁੰਦਾ ਹੈ। ਇਸ ਵਾਸਤੇ ਉਹ ਕਹਿੰਦੇ ਨਾ ਆਉਂਦੇ ਆ ਨਾ ਜਾਂਦੇ ਆ, ਜੰਮਣ ਮਰਨ ਤੋਂ ਰਹਿਤ ਆ, ਜੰਮਣ ਮਰਨ ਵਾਹੇ ਪਰਉਪਕਾਰੀ ਜਗ ਵਿੱਚ ਆਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਨਾਨਕ ਗੁਰਮੁਖ ਮਨ ਸਮਝਾਹੇ। ਜਿਹੜੇ ਗੁਰਮੁਖ ਗੁਰੂ ਦੀ ਮੱਤ ਸਿੱਖਿਆ ਲੈ ਕੇ ਉਹਨਾਂ ਨੇ ਆਪਣੇ ਮਨ ਨੂੰ ਸਮਝਾ ਲਿਆ ਹੈ। ਨੌ ਸਾਰ ਸੁਭਰ ਦਸਵੈ ਪੂਰੇ। ਇਹ ਜਿਹੜੇ 9 ਗੋਲਕਾਂ ਰੂਪੀ ਸਰ ਸਰੋਵਰ ਤੇ 10 ਇੰਦਰੀਆਂ, ਇਹਨਾਂ ਵੱਲੋਂ ਸੁਭਰ ਆਪਣੇ ਮਨ ਨੂੰ ਰੋਕ ਲਿਆ। ਅੱਖਾਂ ਦੌੜਦੀਆਂ ਦੇਖਣ ਵਾਸਤੇ, ਕੋਈ ਆ ਸਿਲਮੇ ਨੂੰ ਦੇਖਦੇ ਆ ਅੱਜ ਕੱਲ੍ਹ, ਤੇ ਫੋਨਾਂ 'ਚ ਹੀ ਬਹੁਤ ਕੁਝ ਆ ਦੇਖੀ ਜਾਂਦੇ ਆ। ਚੰਗਾ ਵੀ ਹੈ ਬੁਰਾ ਵੀ ਹੈ, ਬੁਰਾ ਲੋਕ ਜ਼ਿਆਦਾ ਦੇਖਦੇ ਆ। ਇਸ ਵਾਸਤੇ ਕੰਨਾਂ 'ਤੇ ਵੀ ਕੰਟਰੋਲ ਕਰ ਲਿਆ, ਅੱਖਾਂ 'ਤੇ ਵੀ, ਰਸਨਾਂ 'ਤੇ ਵੀ, ਸਾਰੇ ਇੰਦਰੀਆਂ 'ਤੇ, ਸਾਰੀਆਂ ਜਿਹੜੀਆਂ 9 ਗੋਲਕਾਂ ਹੈਗੀਆਂ, ਅੱਖਾਂ, ਨੱਕ, ਕੰਨ ਤੇ ਮੋਰੀਆਂ, ਇਹਨਾਂ ਵੱਲੋਂ ਮਨ ਨੂੰ ਸੁਭਰਮ ਨੇ ਰੋਕ ਲਿਆ। 10 ਇੰਦਰੀਆਂ ਆ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇਹਨਾਂ ਨੂੰ ਵੀ ਬਸ 'ਚ ਕਰ ਲਿਆ। ਸਭ ਇੰਦਰੀਆਂ ਬਸ ਕਰ ਦਿੱਤੀਆਂ ਨੇ ਸਤਵੰਤਾ ਸਾੜਾ। 9 ਗੋਲਕਾਂ ਵੱਲੋਂ, 10 ਇੰਦਰੀਆਂ ਵੱਲੋਂ ਮਨ ਨੂੰ ਰੋਕ ਕੇ ਗੁਰ ਸ਼ਬਦ ਦਾ ਅਭਿਆਸ ਕਰਕੇ ਸੁਭਰਮ ਨੇ ਲਵਾ ਲਵ ਆਪਣੇ ਹਿਰਦੇ ਨੂੰ ਵਾਹਿਗੁਰੂ ਦੇ ਪ੍ਰੇਮ ਨਾਲ ਪੂਰਨ ਆਤਮਾ ਗਿਆਨ ਨਾਲ ਭਰਪੂਰ ਕਰ ਲਿਆ ਹੈ। ਦਸਵੈ ਪੂਰੇ। ਉਹ ਫਿਰ 10ਵੇਂ ਦੁਆਰ ਵਿੱਚ ਜਿਹੜੇ ਪੂਰੇ ਲੋਕ ਉੱਪਰ ਉਹ ਹੀ ਜਾਂਦੇ, ਕਿਉਂਕਿ ਜਿੰਨਾ ਚਿਰ ਫੁਰਨਾ ਆ ਉਹਨਾਂ ਚਿਰ ਤਾਂ ਜਾਇਆ ਨਹੀਂ ਨਾ ਜਾਣਾ। ਜਿਹੜੇ ਉੱਪਰ ਹੋ ਗਿਆ ਤੇ 10ਵੇਂ ਦੁਆਰ ਆਗਮਾ ਪਾਰਾ ਪਰਮਪੁਰ ਕੀ ਘਾਟੀ, ਬਾਕੀ ਜਿੰਨਾ ਸੰਸਾਰ ਉਹ 9 ਗੋਲਕਾਂ 'ਚ ਹੀ ਘੁੰਮੀ ਜਾਂਦਾ। ਤੇ ਜਿਹੜੇ ਉਹ ਪੂਰੇ ਹੈ, ਪੂਰੇ ਦੀ ਬਾਣੀ, ਪੂਰੇ ਦੇ ਸ਼ਬਦ ਦਾ ਅਭਿਆਸ ਕਰਕੇ ਪੂਰਨ ਅਵਸਥਾ ਨੂੰ ਪਾ ਕੇ ਉਹ ਫਿਰ 10ਵੇਂ ਦੁਆਰ ਦੀ ਜਿਹੜੀ ਅਵਸਥਾ ਉੱਥੇ ਜਾਂਦੇ ਹੈ, ਉਸ ਨੂੰ ਪਾ ਲੈਂਦੇ ਹੈ। 9 ਗੋਲਕਾਂ, 10 ਇੰਦਰੀਆਂ ਦਾ ਉਹ ਪ੍ਰਕਾਸ਼ਕ ਸਾਖੀ ਚੇਤਨ ਵੀ ਹੈ, ਨਿਰਲੇਪ ਅਵਸਥਾ ਦਾ ਮਾਲਕ, ਉਹਦੇ ਚਲੇ ਜਾਂਦੇ। ਬਾਕੀ ਜਿੰਨਾ ਸੰਸਾਰ ਹੈ ਉਹ ਤਾਂ ਇਸੇ ਤਰ੍ਹਾਂ ਹੀ ਹੈਗਾ। ਜਿੰਨਾ ਵੀ ਸੰਸਾਰ ਹੈ ਉਹ ਮਲ ਮੂਤਰ ਦੇ ਅੰਦਰ ਹੀ ਫਸਿਆ ਹੋਇਆ। ਪਰ ਜਿਹੜੇ ਉਹ ਗੁਰਮੁਖ ਹੈ, ਇਹਨਾਂ ਦੁਆਰਾਂ ਤੋਂ ਉੱਪਰ ਉੱਠ ਕੇ ਫਿਰ ਬਿਰਤੀ ਨੂੰ ਆਪਣਾ ਸੰਕੋਚ ਕਰਕੇ ਫੁਰਿਆਂ ਤੋਂ ਰਹਿਤ ਹੋ ਕੇ ਸ਼ਬਦ ਦੇ ਵੱਲ ਨਾਲ ਸ਼ਬਦ ਸੁਰ ਦਾ ਅਭਿਆਸ ਕਰਦੇ ਹੋਏ ਗੁਰੂ ਮਹਾਰਾਜ ਮਹਾਂਪੁਰਖਾਂ ਦੀ ਅਸ਼ੀਰਵਾਦ ਦੇ ਨਾਲ ਉਸ ਅਵਸਥਾ ਵਿੱਚ ਪਹੁੰਚਦੇ ਹਨ। ਤਹ ਅਨਹਦ ਸੁਨ ਵਜਾਵਹਿ ਤੂਰੇ। ਹਰ ਜੀ ਦੀ ਹੱਦ ਸੀਮਾ ਨਹੀਂ, ਉਹਦੇ 'ਚ ਭੇਦ ਹੋ ਜਾਂਦੇ ਆ। ਉੱਥੇ ਵੀ ਉਹਨਾਂ ਦਾ ਜਸ ਰੂਪੀ ਤੂਰ ਬਾਜਾ ਵੱਜਦਾ। ਔਰ ਇਸ ਵਾਸਤੇ ਸੁਧੋਹਮ ਬੁੱਧੋਹਮ ਇਹ ਬਾਜੇ ਆ। ਕਈਆਂ ਨੇ ਇਸ ਤਰ੍ਹਾਂ ਮੰਨ ਲਿਆ ਪੀਣਾ ਹੈ, ਢੋਲਕੀ ਹੈ, ਮਰਦੰਗ ਹੈ, ਛੈਣੇ ਹੈ, ਕੈਂਸੀ ਹੈ, ਰਬਾਬ ਆ, ਸਾਂਖਿਆ, ਬੱਦਲਾਂ, ਸ਼ੇਰ ਦੀ ਗਰਜਣਾ, ਨਗਾਰਾ ਵਗੈਰਾ, ਇਸ ਤਰ੍ਹਾਂ ਦੀਆਂ ਜਿਹੜੀਆਂ ਆਵਾਜ਼ਾਂ ਇਹ ਸਾਨੂੰ ਸੁਣਾਈ ਦਿੰਦੀਆਂ। ਪਰ ਜਦੋਂ ਕਹਿੰਦੇ
उस विच अभेद हो गया कि सुनने वाला कौन है तो सुनाने वाला कौन है। क्योंकि सुनना सुनाना जड़ा ये भी द्वैश विच है। जदों अद्वैत विच चले गए फिर सुनना किने सुनाना किने, फिर तो उत्थे अपुर अवस्था हो गई। क्योंकि सुनना फुरने चाहिए, जदों फुर हो गया फिर किन सुनना। साढ़े संत सी बाबा महेंद्र सिंह जी हरकवाल वाले, कहते महाराज अगे तुसीं कई बारी बड़ा उच्ची सुर विच जाप कीर्तन करते, कहते हुण तां अंदरला ही नहीं सांभ आउंदा। क्योंकि वह अनहद नाथ अनहद धुन पंचे शब्दां नाथ वाजे संगे सारंग पानी, कबीर दास तेरी आरती कीनी निरंकार निर्गुणी। उस मजल विच मजल लैण वास्ते फकीरां दी मार खानी पैंदी है, कमाई करनी पैंदी है, अपनी होंद मटाउणी पैंदी है, मर जीवड़े बनना पैंदा। ये गल्लां ना प्राप्ति नहीं, पर अज असीं गल्लां 'च बड़े हुशियार हो गए। बड़ी बाग चालसा है, एक दूए नूं बारे नहीं आउण दिंदे। गल्लियां असीं चंगियां आचारी बुरियां, मनुख सुधा कालियां बाहरों चटवियां, रीसां करे तनाड़ियां जो सेवै दर दर गाड़ियां। रीस घड़ीस ते बहुत करते हैं, पर इस तरह नहीं है। हुण कोई जरनल की वर्दी पा लवे, ये दर्जी तो बना के पा लेगा, जरनल थोड़ी बन जाएगा। वो तो फिर करना ही पेगा कुछ ना कुछ। इस वास्ते कमाई नाल है। वो महाराज सच्चे पातशाह कहते भाई गुरमुखो, वो फिर ऐसे हैं तह अनहद सुन वजावह तूरे। जिले अनहद जिहदी हद सीमा ने उस परमात्मा चले गए, उत्थे फिर उन्होंने जस रूपी तूर बाजे बजते हैं। इस तरह ही संगत जुड़ी हुई सी। बाबा मेहर सिंह जी निजरां की पडोरी के महापुरख से बड़े कमाई वाले संतां ने उन्होंने तो योगा अभ्यास सिक्ख्या सी। बहुत खिड़खड़ा के हसे, कहते महाराज की कौतुक। कहते अज साडे छोटे गुरु भाई नूं गुरु नानक साहब के खजाने दीयां चाबियां मिल गई और रूहानियां की बख्शिश हो गई है। ये हुण गल्लां भी उही देखते हैं जिन्हां की बई दृष्टि तीजी अख खुली है। ते बाकी जिहड़ा संसार है तो इस तरह ही है कि अखां राग द्वैश नाल भरियां होईयां। किसी नूं अपना जिथे है मोह दृष्टि, जिथे बगाना उत्थे द्वैश वैर दृष्टि है। इत्थे ही खड़ा जिन्ना संसार है। पर जेड़े पहुँच गए दो दो लोचन पेखा हूँ हर बिन और न देखा। और इस तरह कबीर साहब जां होर महापुरख जिन्ने भी है, नैन रहे रंग लाई अब बेगल कहन ना जाई, हमरा परम गया पौ भागा जब राम नाम चित लागा। उन्हां दा चित उत्थे लग गया, वो फिर उस रस विच मगन हो जाते हैं। इस करके महाराज कहते उत्थे उन्होंने यस रूपी अथवा सुधो अहम बुद्धो अहम माया मो परवर्जितो असी, ऐसे आत्मा ज्ञान के आनंद रूपी बाजे नगारे बजते हैं। साचै राजे देख हजूरे। सच्चे की कमाई करके सच ना जुड़ के उस परमात्मा नूं ज्ञान दृष्टि ना हर जगह हाजर नाजरे देखते हैं। तो अही तो देखते नहीं ना, कौन देखता। उतों किसी की धौण मरोड़ी कोई कर दिता, पाप बड़े बड़े पाप कर्म करते हैं। हर वाली मारती, मां मारती, पे मार दिता। जिन्होंने एक दूजे की रक्षा करनी सी वही बैरी बन गया। संसार किहो जिहा कित्थे सिख हुंदा सी। 60-60 हज़ार इस देश दीयां लड़कियां नूं
ਜਰਵਾਣੇ ਬੰਦੀ ਬਣਾ ਕੇ ਲੈ ਜਾਂਦੇ ਸੀ, ਉਹਨਾਂ ਦੀ ਰੱਖਿਆ ਕਰਦਾ ਸੀ। ਅੱਜ ਦਾ ਸਿੱਖ ਆਪਣੀ ਜਨਾਨੀ ਦੀ ਰੱਖਿਆ ਕਰਨ ਜੋਗਾ ਨਹੀਂ ਰਿਹਾ, ਮਾਂ ਦੀ ਰੱਖਿਆ ਜੋਗਾ ਨਹੀਂ, ਮਾਂ ਦਾ ਕਾਤਲ ਬਣਿਆ, ਪਿਓ ਦਾ ਕਾਤਲ ਬਣਿਆ ਹੋਇਆ। ਹੁਣ ਕਿੱਧਰ ਨੂੰ ਜਾ ਰਿਹਾ ਸੰਸਾਰ? ਇਹ ਨਸ਼ਿਆਂ ਵੇਸ਼ਿਆਂ ਦੇ ਅਧੀਨ ਹੋ ਕੇ ਕਿਹੜੇ ਕਿਹੜੇ ਪਾਪ ਜਿਹੜਾ ਇਨਸਾਨ ਨਹੀਂ ਕਰ ਰਿਹਾ। ਸੋ ਇਸ ਵਾਸਤੇ ਕੌਡੇ ਰਾਖਸ਼ ਕਹਿੰਦੇ ਆ, ਕੌਡਾ ਰਾਖਸ਼ ਨੇ ਆਪਣੀ ਮਾਂ ਨਹੀਂ ਮਾਰੀ ਹੋਣੀ, ਪਿਓ ਨਹੀਂ ਮਾਰਿਆ ਹੋਣਾ। ਅਸੀਂ ਤਾਂ ਕੌਡੇ ਰਾਖਸ਼ ਤੋਂ ਬਹੁਤ ਕਦਮ ਅੱਗੇ ਨਿਕਲ ਗਏ। ਕੌਡੇ ਰਾਖਸ਼ ਦਾ ਇਹ ਤੇ ਕਿਤੇ ਨਹੀਂ ਆਇਆ ਹੁਣ ਆਪਣੀ ਮਾਂ ਮਾਰੀ ਹੋਵੇ, ਪਿਓ ਮਾਰਿਆ ਹੋਵੇ। ਅਤੇ ਹੁਣ ਤਾਂ ਤੁਸੀਂ ਦੇਖ ਲਓ, ਰੋਜ਼ ਖਬਰਾਂ ਇਹੋ ਜਿਹੀਆਂ ਆ ਰਹੀਆਂ, ਧਰਤੀ ਵੀ ਕੰਬ ਰਹੀ ਹੈ। ਕਲਯੁਗ ਦਾ ਐਸਾ ਪ੍ਰਭਾਵ। ਇਸ ਵਾਸਤੇ ਦੇਖੋ ਮਾਤਾ ਪਿਤਾ ਦਾ ਕਿੰਨਾ ਉਪਕਾਰ ਹੁੰਦਾ ਹੈ, ਕਿਵੇਂ ਕਿੰਨੇ ਮਹੀਨੇ ਗਰਭ ਵਿੱਚ ਉਹਦੀ ਪਾਲਣਾ ਕਰਦੀ ਹੈ, ਫੇਰ ਕਰਦੀ ਹੈ ਪੜ੍ਹਾਈ ਲਿਖਾਈ, ਹੋਰ ਕਿੰਨਾ ਕੁਛ। ਪਰ ਇਨਸਾਨ ਇੰਨਾ ਕਿਰਤਕਣ ਬਣ ਗਿਆ ਹੈ, ਇਤਨਾ ਢੀਠ, ਹੱਦਾਂ ਬੰਨੇ ਸਭ ਟੱਪ ਚੁੱਕੇ ਹੈ। ਇਸ ਵਾਸਤੇ ਮਹਾਰਾਜ ਦੱਸਦੇ ਹਨ, ਸਾਚੈ ਰਾਜੇ ਦੇਖ ਹਜੂਰੇ। ਜਿਹੜੇ ਸੱਚੇ ਨਾਲ ਰਚ ਮਿਚ ਗਏ ਨਾ ਭਜਨ ਕਰ ਕਰਕੇ, ਉਹ ਤਾਂ ਹਰ ਇੱਕ ਨੂੰ ਹਜੂਰੇ ਹਾਜ਼ਰ ਨਾਜ਼ਰ ਦੇਖਦੇ ਆ। ਉਹ ਬਗਾਨਿਆਂ ਦੀ ਬਗਾਨਾ ਸਮਝਦੇ ਨਹੀਂ, ਕਿਸੇ ਨੂੰ ਆਪਣਾ ਸਮਝ ਕੇ ਰੱਖਿਆ ਕਰਦੇ ਆ। 60 ਹਜ਼ਾਰ ਕੰਨਿਆਂ ਦੀ ਰੱਖਿਆ ਕੀਤੀ, ਆਪਣੇ ਬਲੀਦਾਨ ਦਿੱਤੇ। ਅੱਜ ਉਹਨਾਂ ਸਿੱਖਾਂ ਦੀ ਗੁਰੂਆਂ ਵਾਂਗ ਪੂਜਾ ਹੋ ਰਹੀ ਹੈ। ਬਾਬਾ ਦੀਪ ਸਿੰਘ ਵਰਗੇ, ਜਿੰਨੀ ਸੰਗਤ ਦਰਬਾਰ ਸਾਹਿਬ ਜਾਂਦੀ ਹੈ, ਉਨੀ ਸੰਗਤ ਹੀ ਉਧਰ ਜਾ ਰਹੀ ਹੈ। ਦੇਖ ਲਓ, ਜੋਤਾਂ ਜਗ ਰਹੀਆਂ, ਧੂਪ ਤੋਕ ਰਿਹਾ, ਪਾਠ ਹੋ ਰਿਹਾ, ਲੜੀਆਂ ਚੱਲ ਰਹੀਆਂ, ਸੁਖਮਣੀਆਂ ਪੜ੍ਹ ਰਿਹਾ, ਕੋਈ ਝਾੜੂ ਬਾਹਰ ਕਰ ਰਿਹਾ, ਕੋਈ ਛਬੀਲਾਂ ਲਾ ਕੇ ਬੈਠਾ ਹੈ। ਗੁਰੂਆਂ ਵਾਂਗ ਪੂਜਾ ਉਹਨਾਂ ਸਿੱਖਾਂ ਦੀ ਹੋ ਰਹੀ ਹੈ, ਕਿਉਂਕਿ ਖਾਲਸੇ ਨੂੰ ਰੱਖਿਅਕ ਬਣਾਇਆ ਸੀ, ਹੁਣ ਅਸੀਂ ਭਖਿਅਕ ਬਣ ਗਏ ਹਾਂ। ਭਖਿਅਕ ਜਾਨਵਰ ਤਾਂ ਮਾਰ ਮਾਰ ਖਾਂਦੇ ਸੀ, ਹੁਣ ਮਾਂ ਪਿਓ ਨੂੰ ਵੀ ਖਾਣਾ ਸ਼ੁਰੂ ਕਰ ਦਿੱਤਾ, ਆਦਮਖੋਰ ਬਣ ਗਏ। ਇਸ ਤਰ੍ਹਾਂ ਦੀ ਮਨੁੱਖ ਦੀ ਦਰਿੰਦੇ ਬਣ ਗਏ। ਇਨਸਾਨ ਤੋਂ ਦੇਵਤੇ ਬਣਨਾ ਸੀ, ਫਰਿਸ਼ਤੇ ਬਣਨਾ ਸੀ, ਪਰ ਕਿਉਂ ਗੁਰੂ ਕੀ ਮਰਜ਼ਾਦਾ ਛੱਡਤੀ, ਬਾਣੀ ਛੱਡਤੀ, ਸਿਮਰਨ ਛੱਡਤਾ, ਸਤਸੰਗ ਛੱਡਤਾ, ਸੇਵਾ ਛੱਡ ਦਿੱਤੀ, ਫਿਰ ਇਹ ਬੁਰਾਈਆਂ ਕੁਦਰਤੀ ਆਉਣੀਆਂ ਹੀ ਆਉਣੀਆਂ। ਸੋ ਇਸ ਕਰਕੇ ਅੱਜ ਉਹਨਾਂ ਗਿਆਨਵਾਨ ਪੁਰਸ਼ਾਂ ਬਾਰੇ ਜੋ ਸਿੱਧਾਂ ਨੇ ਪ੍ਰਸ਼ਨ ਕੀਤੇ, ਉਹਦੇ ਉੱਤਰ ਮਹਾਰਾਜ ਨੇ ਸਿੱਧ ਗੋਸ਼ਟ ਦੀ ਬਾਣੀ ਵਿੱਚ ਜਿਵੇਂ ਦਿੱਤੇ ਹੈ। ਬਾਣੀ ਮਹਿੰਗੀ ਹੈ, ਸਮੇਂ ਨਾਲ ਚੱਲਣਾ ਪੈਂਦਾ। ਪੜ੍ਹ ਦਿਓ। ਘਟ ਘਟ ਸਾਜ ਰਹਿਆ ਭਰਪੂਰੇ। ਸੱਚਾ ਘਟਾਂ ਘਟਾਂ ਵਿੱਚ ਸਾਰੀਆਂ ਜਗ੍ਹਾ 'ਚ ਭਰਪੂਰ, ਵਿਆਪਕ ਹੋ ਰਿਹਾ, ਪਰਿਪੂਰਨ ਹੋ ਰਿਹਾ ਹੈ। ਗੁਪਤੀ ਬਾਣੀ ਪ੍ਰਗਟ ਹੋਏ। ਹਾਂ, ਇਹ ਬਾਣੀ ਦੁਆਰਾ ਜਿਹੜਾ ਗੁਪਤ ਪਰਮੇਸ਼ਰ ਆ ਕਮਾਈ ਕਰਨੇ ਨਾਲ ਉਹ ਵੀ ਪ੍ਰਗਟ ਹੋ ਜਾਂਦਾ ਹੈ। ਨਾਨਕ ਪਰਖ ਲਏ ਸੱਚ ਸੋਏ। ਉਹ ਸੱਚਾ ਜਿਹੜਾ ਸੋਭਾ ਵਾਲਾ ਪਰਮੇਸ਼ਰ ਆ, ਉਹ ਉਹਨਾਂ ਗਿਆਨਵਾਨਾਂ ਦੀ ਪਰਖ ਕਰਦਾ। ਉਹਦੀ ਪਰਖ ਜਿਹੜੇ ਪੂਰੇ ਉਤਰੇ, ਕਦੀ ਸ੍ਰੀ ਸਾਹਿਬ ਨਾਲ ਪਰਖ ਕਰਨ ਲੱਗ ਪੈਂਦੇ ਆ, ਕਦੀ ਕਰਤਾਰਪੁਰ ਆਪਣੇ ਢੰਗ ਨਾਲ ਪਰਖ ਕਰਦੇ ਆ। ਇਹ ਉਹਨਾਂ ਦੀ ਮੌਜ ਹੈ। ਕਿਹੋ ਜਿਹਾ ਪੇਪਰ ਪਾਉਣਾ, ਕਿਵੇਂ ਪਰਖ ਕਰਨੀ ਹੈ, ਉਹ ਆਪ ਹੀ ਪਰਖ ਕੇ ਹਰੇ ਖਜ਼ਾਨੇ ਪਾਈਆਂ ਕੋਟੇ ਸੱਟੀਆਂ ਬਾਹਰ ਵਾਰ ਉਹਦੇ ਦਰਬਾਰ 'ਚ ਪ੍ਰਵਾਨ ਹੋ ਜਾਂਦੇ ਆ। ਕੋਟੇ ਜਿਹੜੇ ਉਹ ਜੰਮਣ ਵਾਣ ਦੇ ਚੱਕਰ 'ਚ ਬਸ ਇੱਥੇ ਹੀ ਧੱਕੇ ਖਾਂਦੇ ਫਿਰਦੇ ਆ। ਉਹ ਆਏ ਤੇ ਪ੍ਰਵਾਨ ਉਹਨਾਂ ਦਾ ਆਇਆ
ਦਰਗਾਹ 'ਚ ਪ੍ਰਵਾਨ ਨਹੀਂ ਹੋ ਜਾਂਦਾ ਹੈ। ਇਹ ਵਿਚਾਰਾਂ ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਕਠੋਰ ਹਿਰਦਿਆਂ ਵਿੱਚ ਕਠੋਰਤਾ ਦੂਰ ਹੋਵੇ, ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਭਾਈ ਧੰਨਵਾਦ। ਮਹਾਰਾਜ ਮਿਹਰ ਕਰਕੇ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ, ਪਾਕ ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਗਿਆਨੀ ਜੀ ਤੋਂ ਆਨੰਦ ਸਾਹਿਬ ਦਾ ਪਾਠ ਸੁਣੋ। ਫਿਰ ਅਰਦਾਸ ਬੇਨਤੀ ਹੈ ਕਿ ਮੁੱਖ ਵਾਕ ਫਿਰ ਜਿਵੇਂ ਆਪ ਜੀ ਦਾ ਇੱਛਾ ਉਵੇਂ ਵਿਚਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।